ਓਸ਼ੋ ਦੇ ਲੈਕਚਰ ਦਾ ਪਹਿਲਾ ਪ੍ਰਸ਼ਨ, ਕੀ ਨਿਰਾਕਾਰ ਵਸਤੂ ਦਾ ਧਿਆਨ ਹੋ ਸਕਦਾ ਹੈ? ਤੇ ਜੇ ਹੋ ਸਕਦਾ ਹੈ ਤਾਂ ਕੀ ਨਿਰਾਕਾਰ ਨਿਰਾਕਾਰ ਹੀ ਬਣਿਆ ਰਹੇਗਾ? ਉੱਤਰ, ਧਿਆਨ ਦਾ ਸਾਕਾਰ ਜਾਂ ਨਿਰਾਕਾਰ ਨਾਲ ਕੋਈ ਵੀ ਸੰਬੰਧ ਨਹੀਂ ਹੈ। ਧਿਆਨ ਦਾ ਵਿਸ਼ਾ ਵਸਤੂ ਨਾਲ ਹੀ ਕੋਈ ਸੰਬੰਧ ਨਹੀਂ ਹੈ। ਧਿਆਨ ਹੈ ਵਿਸ਼ਾ ਵਸਤੂ ਰਹਿਤਤਾ, ਗੂੜੀ ਨੀਂਦ ਦੀ ਤਰ੍ਹਾਂ। ਲੇਕਿਨ ਨੀਂਦ ਵਿੱਚ ਚੇਤਨਾ ਨਹੀਂ ਹੈ ਤੇ ਧਿਆਨ 'ਚ ਚੇਤਨਾ ਪੂਰੀ ਤਰ੍ਹਾਂ ਨਾਲ ਹੈ। ਅਰਥਾਤ ਨੀਂਦ ਅਚੇਤਨ ਧਿਆਨ ਹੈ ਜਾਂ ਧਿਆਨ ਚੇਤਨ ਨੀਂਦ ਹੈ। ਗੂੜੀ ਨੀਂਦ 'ਚ ਅਸੀਂ ਉੱਥੇ ਹੁੰਦੇ ਹਾਂ ਜਿੱਥੇ ਧਿਆਨ 'ਚ ਹੁੰਦੇ ਹਾਂ, ਪਰ ਮੂਰਛਤ। ਧਿਆਨ 'ਚ ਵੀ ਅਸੀਂ ਉੱਥੇ ਹੁੰਦੇ ਹਾਂ ਜਿੱਥੇ ਨੀਂਦ 'ਚ ਹੁੰਦੇ ਹਾਂ, ਲੇਕਿਨ ਜਾਗਰਤ। ਜਾਗਦੇ ਹੋਏ ਸੌਣਾ ਧਿਆਨ ਹੈ ਜਾਂ ਸੁੱਤੇ ਹੋਏ ਜਾਗਣਾ ਧਿਆਨ ਹੈ। ਫਿਰ ਜੋ ਜਾਣਿਆ ਜਾਂਦਾ ਹੈ ਉਹ ਨਾ ਆਕਾਰ ਹੈ ਨਾ ਨਿਰਾਕਾਰ ਹੈ, ਉਹ ਹੈ ਆਕਾਰ ਵਿੱਚ ਨਿਰਾਕਾਰ ਜਾਂ ਨਿਰਾਕਾਰ 'ਚ ਆਕਾਰ। ਅਸਲ ਵਿੱਚ ਉੱਥੇ ਦਵੰਦ ਨਹੀਂ ਹੈ, ਦੁਵੈਤ ਨਹੀਂ ਹੈ। ਇਸ ਲਈ ਸਾਡੇ ਸਭ ਸ਼ਬਦ ਵਿਅਰਥ ਹੋ ਜਾਂਦੇ ਹਨ। ਉੱਥੇ ਨਾ ਗਿਆਤਾ ਹੈ, ਨਾ ਜਾਣਿਆ ਜਾਣ ਵਾਲਾ ਹੈ, ਨਾ ਦ੍ਰਿਸ਼ ਹੈ, ਨਾ ਦ੍ਰਿਸ਼ਟਾ ਹੈ। ਇਸ ਲਈ ਉੱਥੇ ਜੋ ਹੈ ਉਹਨੂੰ ਕਹਿਣਾ ਸੰਭਵ ਹੈ, ਕਠਨ ਨਹੀਂ, ਅਸੰਭਵ ਹੈ। ਧਿਆਨ ਹੈ ਮਨ ਦੀ ਮੌਤ ਤੇ ਭਾਸ਼ਾ ਹੈ ਮਨ ਦੀ ਅਰਧਾਂਗਨੀ। ਉਹ ਮਨ ਦੇ ਨਾਲ ਹੀ ਸਤੀ ਹੋ ਜਾਂਦੀ ਹੈ। ਉਹ ਵਿਧਵਾ ਹੋ ਕੇ ਜੀਣਾ ਨਹੀਂ ਜਾਣਦੀ, ਜਾਣੇ ਤਾਂ ਵੀ ਜਿਉ ਨਹੀਂ ਸਕਦੀ। ਉਹਦਾ ਦੁਬਾਰਾ ਵਿਆਹ ਵੀ ਨਹੀਂ ਹੋ ਸਕਦਾ, ਕਿਉਂਕਿ ਮਨ ਦੇ ਪਾਰ ਜੋ ਹੈ ਉਸ ਨਾਲ ਵਿਆਹ ਦੇ ਲਈ ਸਦਾ ਤੋਂ ਅਣਇੱਛਕ ਹੈ। ਉਹਦਾ ਵਿਆਹ ਹੋ ਹੀ ਚੁੱਕਿਆ ਹੈ ਸ਼ੂਨਯਤਾ ਨਾਲ। ਦੂਸਰਾ ਸਵਾਲ, ਧਿਆਨ ਕਿਸ ਨੂੰ ਕਹਿੰਦੇ ਹੈ ਤੇ ਉਹਨੂੰ ਕਰਨ ਦੀ ਕੀ ਵਿਧੀ ਹੈ? ਉੱਤਰ, ਨਿਰਵਿਚਾਰ ਚੇਤਨਾ ਧਿਆਨ ਹੈ ਤੇ ਨਿਰਵਿਚਾਰ ਦੇ ਲਈ ਵਿਚਾਰਾਂ ਦੇ ਪ੍ਰਤੀ ਜਾਗਣ ਦੀ ਵਿਧੀ ਹੈ। ਵਿਚਾਰਾਂ ਦਾ ਅਟੁੱਟ ਪ੍ਰਵਾਹ ਹੈ ਮਨ। ਇਸ ਪ੍ਰਵਾਹ ਦੇ ਪ੍ਰਤੀ ਮੂਰਛਤ ਹੋਣਾ, ਸੁੱਤੇ ਹੋਣਾ, ਅਣਜਾਗਰਿਤ ਹੋਣਾ ਆਮ ਤੌਰ 'ਤੇ ਸਾਡੀ ਸਥਿਤੀ ਹੈ। ਇਸ ਮੂਰਛਾ ਤੋਂ ਪੈਦਾ ਹੁੰਦੀ ਹੈ ਇੱਕਮਿਕਤਾ। ਮੈਂ ਮਨ ਹੀ ਮਾਲੂਮ ਹੋਣ ਲੱਗਦਾ ਹੈ। ਜਾਗੋ ਤੇ ਵਿਚਾਰਾਂ ਨੂੰ ਦੇਖੋ ਜਿਵੇਂ ਕੋਈ ਰਾਹ ਤੁਰਦੇ ਲੋਕਾਂ ਨੂੰ ਕਿਨਾਰੇ 'ਤੇ ਖਲੋ ਕੇ ਦੇਖੇ। ਬਸ ਇਸ ਜਾਗ ਕੇ ਦੇਖਣ ਨਾਲ ਕ੍ਰਾਂਤੀ ਵਾਪਰਦੀ ਹੈ। ਵਿਚਾਰਾਂ ਨਾਲੋਂ ਖੁਦ ਦੀ ਇੱਕਮਿਕਤਾ ਟੁੱਟਦੀ ਹੈ। ਇਸ ਇੱਕਮਿਕਤਾ ਭੰਗ ਦੇ ਆਖਰੀ ਸਿਰੇ 'ਤੇ ਨਿਰਵਿਚਾਰ ਚੇਤਨਾ ਦਾ ਜਨਮ ਹੁੰਦਾ ਹੈ। ਇਉਂ ਹੀ ਜਿਵੇਂ ਅਸਮਾਨ 'ਚ ਬੱਦਲ ਹਟ ਜਾਣ ਤਾਂ ਅਸਮਾਨ ਦਿਖਾਈ ਦਿੰਦਾ ਹੈ। ਵਿਚਾਰਾਂ ਤੋਂ ਖਾਲੀ ਚਿੱਤ ਆਕਾਸ਼ ਹੀ ਖੁਦ ਦੀ ਮੌਲਿਕ ਸਥਿਤੀ ਹੈ, ਉਹੀ ਸਮਾਧੀ ਹੈ। ਧਿਆਨ ਹੈ ਵਿਧੀ, ਸਮਾਧੀ ਹੈ ਉਪਲਬਧੀ। ਲੇਕਿਨ ਧਿਆਨ ਦੇ ਸੰਬੰਧ 'ਚ ਸੋਚੋ ਨਾ, ਧਿਆਨ ਦੇ ਸੰਬੰਧ 'ਚ ਵਿਚਾਰਨਾ ਵੀ ਵਿਚਾਰ ਹੀ ਹੈ। ਉਸ ਵਿੱਚ ਤਾਂ ਜਾਓ, ਡੁੱਬੋ। ਧਿਆਨ ਨੂੰ ਸੋਚਣਾ ਨਾ ਚੱਖਣਾ। ਮਨ ਦਾ ਕੰਮ ਹੈ ਸੌਣਾ ਤੇ ਸੋਚਣਾ। ਜਾਗਣ 'ਚ ਉਹਦੀ ਮੌਤ ਹੈ ਤੇ ਧਿਆਨ ਹੈ ਜਾਗਣਾ। ਇਸ ਲਈ ਮਨ ਕਹਿੰਦਾ ਚਲੋ ਧਿਆਨ ਦੇ ਸੰਬੰਧ ਵਿੱਚ ਹੀ ਸੋਚੀਏ। ਇਹ ਉਹਦੀ ਆਤਮ ਰੱਖਿਆ ਦਾ ਅੰਤਿਮ ਉਪਾਅ ਹੈ। ਇਹ ਤੋਂ ਸਾਵਧਾਨ ਹੋਣਾ, ਸੋਚਣ ਦੀ ਥਾਂ ਦੇਖਣ ਉੱਤੇ ਜ਼ੋਰ ਦੇਣਾ। ਵਿਚਾਰ ਨਹੀਂ, ਦਰਸ਼ਨ। ਬਸ ਇਹੀ ਬੁਨਿਆਦੀ ਸੂਤਰ ਹੈ। ਦਰਸ਼ਨ ਵੱਧਦਾ ਹੈ ਤਾਂ ਵਿਚਾਰ ਮੱਧਮ ਹੁੰਦੇ ਹੈ। ਸਾਕਸ਼ੀ ਜਾਗਦਾ ਹੈ ਤਾਂ ਸੁਪਨਾ ਲੋਪ ਹੁੰਦਾ ਹੈ। ਧਿਆਨ ਆਉਂਦਾ ਹੈ ਤਾਂ ਮਨ ਜਾਂਦਾ ਹੈ। ਮਨ ਹੈ ਦੁਆਰ ਸੰਸਾਰ ਦਾ, ਧਿਆਨ ਹੈ ਦੁਆਰ ਮੋਕਸ਼ ਦਾ। ਮਨ ਨਾਲ ਜਿਸ ਨੂੰ ਪਾਇਆ ਹੈ ਧਿਆਨ 'ਚੋਂ ਖੋ ਜਾਂਦਾ ਹੈ। ਮਨ ਨਾਲ ਜਿਸ ਨੂੰ ਖੋਇਆ ਹੈ ਧਿਆਨ 'ਚੋਂ ਮਿਲ ਜਾਂਦਾ ਹੈ। ਅਗਲਾ ਸਵਾਲ, ਗਿਆਨ ਦੀ ਗਹਿਰਾਈ ਵਿੱਚ ਉਤਰਨ ਨਾਲ ਉਹਦਾ ਦਿਨ ਪਰ ਦਿਨ ਵਾਧਾ ਕਿਸ ਤਰ੍ਹਾਂ ਨਾਲ ਹੋਏਗਾ ਤੇ ਧਿਆਨ ਦੀ ਅੰਤਿਮ ਅਵਸਥਾ ਕੀ ਹੈ? ਉੱਤਰ, ਤੁਸੀਂ ਭੋਜਨ ਕਰ ਲੈਂਦੇ ਹੋ, ਫਿਰ ਉਹਨੂੰ ਪਚਾਉਣਾ ਨਹੀਂ ਹੁੰਦਾ, ਉਹ ਪਚਦਾ ਹੈ। ਇਵੇਂ ਤੁਸੀਂ ਜਾਗੋ ਵਿਚਾਰਾਂ ਦੇ ਪ੍ਰਤੀ। ਵਿਚਾਰਾਂ ਦੇ ਪ੍ਰਤੀ ਮੂਰਛਾ ਨਾ ਰਹੇ, ਇੰਨਾ ਤੁਸੀਂ ਕਰੋ। ਇਹ ਹੈ ਧਿਆਨ ਦਾ ਭੋਜਨ। ਫਿਰ ਪਚਣਾ ਆਪਣੇ ਆਪ ਹੁੰਦਾ ਹੈ। ਪਚਣਾ ਯਾਨੀ ਧਿਆਨ ਦਾ ਖੂਨ ਬਣਨਾ, ਧਿਆਨ ਦੀ ਗਹਿਰਾਈ। ਭੋਜਨ ਤੁਸੀਂ ਕਰੋ, ਪਚਣਾ ਪਰਮਾਤਮਾ 'ਤੇ ਛੱਡ ਦਿਓ। ਉਹ ਕੰਮ ਹਮੇਸ਼ਾ ਤੋਂ ਹੀ ਉਹਨੇ ਆਪਣੇ ਹੱਥਾਂ 'ਚ ਰੱਖਿਆ ਹੋਇਆ ਹੈ।
ਲੇਕਿਨ ਹਾਲਾਂਕਿ ਤੁਸੀਂ ਭੋਜਨ ਪਚਾ ਨਹੀਂ ਸਕਦੇ, ਫਿਰ ਵੀ ਉਹਦੇ ਪਚਣ ਵਿੱਚ ਰੁਕਾਵਟ ਜ਼ਰੂਰ ਪਾ ਸਕਦੇ ਹੋ। ਧਿਆਨ ਦੇ ਸੰਬੰਧ ਵਿੱਚ ਵੀ ਇਹੀ ਸੱਚ ਹੈ। ਤੁਸੀਂ ਧਿਆਨ ਦੇ ਗਹਿਰੇ ਹੋਣ 'ਚ ਰੁਕਾਵਟ ਜ਼ਰੂਰ ਪਾ ਸਕਦੇ ਹੋ। ਵਿਚਾਰਾਂ ਦੇ ਪ੍ਰਤੀ ਸੂਖਮ ਤੋਂ ਸੂਖਮ ਚੋਣ ਤੇ ਝੁਕਾਅ ਹੀ ਰੁਕਾਵਟ ਹੈ। ਸ਼ੁਭ ਜਾਂ ਅਸ਼ੁਭ ਦਾ ਵਿਚਾਰ ਨਾ ਕਰੋ। ਨਿੰਦਿਆ ਜਾਂ ਉਸਤਤ ਦੋਹਾਂ ਤੋਂ ਬਚੋ। ਨਾ ਕੋਈ ਵਿਚਾਰ ਚੰਗਾ ਹੈ ਨਾ ਬੁਰਾ। ਵਿਚਾਰ ਸਿਰਫ ਵਿਚਾਰ ਹੈ ਤੇ ਤੁਸੀਂ ਵਿਚਾਰ ਦੇ ਪ੍ਰਤੀ ਜਾਗਣਾ ਹੈ। ਸੂਖਮ ਤੋਂ ਸੂਖਮ ਚੋਣ ਵੀ ਰੁਕਾਵਟ ਹੈ ਜਾਗਣ ਵਿੱਚ। ਤੱਕੜੀ ਦੇ ਦੋਵੇਂ ਪਲੜੇ ਇਕਸਾਰ ਹੋਣ ਤਦੇ ਧਿਆਨ ਦਾ ਕਾਂਟਾ ਥਿਰ ਹੁੰਦਾ ਹੈ। ਧਿਆਨ ਦਾ ਕਾਂਟਾ ਥਿਰ ਹੋਇਆ ਕਿ ਤੱਕੜੀ, ਪਲੜੇ ਤੇ ਕਾਂਟਾ ਸਭ ਲੋਪ ਹੋ ਜਾਂਦੇ ਹੈ। ਫੇਰ ਜੋ ਬਾਕੀ ਰਹਿ ਜਾਂਦਾ ਹੈ ਉਹੀ ਸਮਾਧੀ ਹੈ, ਉਹੀ ਧਿਆਨ ਦੀ ਅੰਤਿਮ ਅਵਸਥਾ ਹੈ। ਸਵਾਲ: ਸਵੈ ਧਿਆਏ ਤੇ ਧਿਆਨ 'ਚ ਕੀ ਫਰਕ ਹੈ? ਉੱਤਰ: ਸਵੈ ਧਿਆਏ ਅਰਥਾਤ ਸਵੈ ਦਾ ਅਧਿਐਨ, ਤੇ ਸਵੈ ਦਾ ਅਧਿਐਨ ਵਿਚਾਰ ਤੋਂ ਬਿਨਾਂ ਸੰਭਵ ਨਹੀਂ ਹੈ। ਇਸ ਲਈ ਸਵੈ ਧਿਆਏ ਵਿਚਾਰ ਦੀ ਹੀ ਪ੍ਰਕਿਰਿਆ ਹੈ, ਬਲਕਿ ਧਿਆਨ ਹੈ ਵਿਚਾਰ ਦੇ ਪਾਰ। ਉਹ ਹੈ ਵਿਚਾਰਾਂ ਦੇ ਪ੍ਰਤੀ ਜਾਗਣਾ। ਸਵੈ ਧਿਆਏ ਹੈ ਸੋਚਣਾ, ਧਿਆਨ ਹੈ ਜਾਗਣਾ। ਸੋਚਣ 'ਚ ਜਾਗਣਾ ਨਹੀਂ, ਕਿਉਂਕਿ ਜਾਗੀ ਤੇ ਸੋਚਣ ਹੋ ਗਿਆ। ਸੋਚ ਵਿਚਾਰ ਵਿੱਚ ਹੋਣ ਦੇ ਲਈ ਨੀਂਦ ਜ਼ਰੂਰੀ ਹੈ। ਸੋਚ ਵਿਚਾਰ ਅੱਖਾਂ ਖੋਲ੍ਹ ਕੇ ਸੁਪਨਾ ਦੇਖਣਾ ਹੈ। ਸੁਪਨਾ ਆਦਮ ਸੋਚ ਵਿਚਾਰ ਹੈ। ਸੁਪਨਾ ਚਿੱਤਰਾਂ ਦੀ ਭਾਸ਼ਾ ਵਿੱਚ ਸੋਚਣਾ ਹੈ। ਸੋਚਣਾ ਸੁਪਨੇ ਦਾ ਸੱਭਿਆ ਰੂਪ ਹੈ। ਸੋਚਣ 'ਚ ਚਿੱਤਰਾਂ ਦੀ ਜਗ੍ਹਾ ਸ਼ਬਦ ਲੈ ਲੈਂਦੇ ਹੈ। ਲੇਕਿਨ ਧਿਆਨ ਇੱਕ ਅਲੱਗ ਹੀ ਆਯਾਮ ਹੈ। ਉਹ ਸੁਪਨੇ ਮਾਤਰ ਤੋਂ ਮੁਕਤੀ ਹੈ। ਉਹ ਵਿਚਾਰ ਮਾਤਰ ਦੇ ਪਾਰ ਜਾਣਾ ਹੈ। ਸੁਪਨਾ ਅਚੇਤਨ ਮਨ ਦੀ ਸੋਚ ਵਿਚਾਰ ਹੈ। ਵਿਚਾਰ ਚੇਤਨ ਮਨ ਦੀ ਸੋਚ ਵਿਚਾਰ ਹੈ। ਧਿਆਨ ਮਨ ਦੇ ਪਾਰ ਹੈ। ਚੇਤਨ ਮਨ ਜਦ ਹੋਰ ਨੂੰ ਵਿਸ਼ਾ ਬਣਾਉਂਦਾ ਹੈ ਤਦ ਉਹ ਵੀ ਵਿਚਾਰ ਹੈ, ਤੇ ਜਦੋਂ ਖੁਦ ਨੂੰ ਵਿਸ਼ਾ ਬਣਾਉਂਦਾ ਹੈ ਤਦ ਵੀ। ਧਿਆਨ 'ਚ ਵਿਸ਼ੇ ਤੋਂ ਉੱਪਰ ਉੱਠਣਾ ਹੈ, ਵਿਸ਼ੇ ਮਾਤਰ ਤੋਂ। ਇਸ ਨਾਲ ਕੋਈ ਮੌਲਿਕ ਫਰਕ ਨਹੀਂ ਪੈਂਦਾ ਕਿ ਵਿਸ਼ਾ ਕੀ ਹੈ, ਧਨ ਹੈ ਜਾਂ ਧਰਮ, ਪਰ ਹੈ ਜਾਂ ਸਵੈ। ਮੌਲਿਕ ਫਰਕ ਰੂਪ ਪਰਤਨ ਜਾਂ ਕ੍ਰਾਂਤੀ ਤਾਂ ਤਦੇ ਵਾਪਰਦੀ ਹੈ ਜਦ ਚੇਤਨਾ ਵਿਸ਼ੇ ਦੇ ਬਾਹਰ ਦੀ ਹੋ ਜਾਂਦੀ ਹੈ, ਕਿਉਂਕਿ ਤਦੇ ਸਵੈ ਨੂੰ ਜਾਣਿਆ ਜਾ ਸਕਦਾ ਹੈ। ਜਦ ਚੇਤਨਾ ਦੇ ਕੋਲ ਜਾਣਨ ਨੂੰ ਕੁਝ ਵੀ ਬਾਕੀ ਨਹੀਂ ਬਚਦਾ ਤਦੋਂ ਖੁਦ ਨੂੰ ਜਾਣ ਪਾਉਂਦੀ ਹੈ। ਜਾਣਿਆ ਜਾਣ ਵਾਲਾ ਜਦ ਕੋਈ ਵੀ ਨਹੀਂ ਹੈ ਤਦ ਆਤਮ ਗਿਆਨ ਹੁੰਦਾ ਹੈ। ਸਵੈ ਧਿਆਈ ਹੈ ਖੁਦ ਦੇ ਸੰਬੰਧ 'ਚ ਸੋਚ ਵਿਚਾਰ, ਤੇ ਧਿਆਨ ਹੈ ਖੁਦ ਨੂੰ ਜਾਣਨਾ। ਤੇ ਯਕੀਨਨ ਹੀ ਜਿਹਨੂੰ ਜਾਣਦੇ ਹੀ ਨਹੀਂ ਉਹਦੇ ਸੰਬੰਧ 'ਚ ਸੋਚਾਂਗੇ ਵਿਚਾਰਾਂਗੇ ਕੀ। ਜਿਹਨੂੰ ਜਾਣ ਹੀ ਲਿਆ ਉਹਦੇ ਸੰਬੰਧ 'ਚ ਸੋਚ ਵਿਚਾਰ ਦਾ ਸਵਾਲ ਹੀ ਕਿੱਥੇ ਹੈ। ਇਸ ਲਈ ਸਵੈ ਧਿਆਈ ਤੋਂ ਬਚੋ ਤਾਂ ਚੰਗਾ ਹੈ, ਕਿਉਂਕਿ ਉਹ ਵੀ ਧਿਆਨ 'ਚ ਰੁਕਾਵਟ ਹੈ। ਸਭ ਤੋਂ ਵੱਧ ਮਜ਼ਬੂਤ, ਕਿਉਂਕਿ ਉਹ ਧਿਆਨ ਦਾ ਨਾਟਕ ਬਣ ਜਾਂਦਾ ਹੈ। ਮਨ ਤਾਂ ਉਸ ਨਾਲ ਬਹੁਤ ਖੁਸ਼ ਹੁੰਦਾ ਹੈ, ਕਿਉਂਕਿ ਇਸ ਤਰ੍ਹਾਂ ਉਹ ਫਿਰ ਖੁਦ ਨੂੰ ਬਚਾ ਲੈਂਦਾ ਹੈ। ਲੇਕਿਨ ਸਾਧਕ ਭਟਕ ਜਾਂਦਾ ਹੈ, ਉਹ ਫਿਰ ਵਿਸ਼ੇ ਨਾਲ ਉਲਝ ਜਾਂਦਾ ਹੈ। ਮਨ ਹੈ ਵਿਸ਼ਾ, ਉਨਮੁਖਤਾ, ਉਹਨੂੰ ਚਾਹੀਦਾ ਵਿਸ਼ਾ। ਉਹ ਵਿਸ਼ਾ ਫਿਰ ਭਾਵੇਂ ਕੋਈ ਵੀ ਹੋਵੇ, ਕਾਮ ਹੋਵੇ ਜਾਂ ਰਾਮ, ਉਹ ਵਿਸ਼ਾ ਮਾਤਰ ਤੋਂ ਰਾਜ਼ੀ ਹੈ। ਇਸ ਲਈ ਧਿਆਨ ਦੇ ਲਈ ਕਾਮ ਤੇ ਰਾਮ ਦੋਹਾਂ ਤੋਂ ਉੱਪਰ ਉੱਠਣਾ ਜ਼ਰੂਰੀ ਹੈ। ਪਰ ਤੇ ਸਵੈ ਦੋਹਾਂ ਨੂੰ ਇਕਸਾਰ ਭਾਵ ਨਾਲ ਵਿਦਾਇਗੀ ਦੇਣੀ ਹੈ। ਤਦੇ ਉਹ ਪ੍ਰਗਟ ਹੁੰਦਾ ਹੈ ਜੋ ਕਿ ਸਵੈ ਹੈ ਤੇ ਜੋ ਕਿ ਪਰ ਵੀ ਹੈ, ਜਾਂ ਕਿ ਜੋ ਨਾ ਸਵੈ ਹੈ ਨਾ ਪਰ ਹੈ, ਬਲਕਿ ਬਸ ਹੈ। ਅਗਲਾ ਸਵਾਲ: ਸਜਗਤਾ ਤੇ ਸਾਕਸ਼ਿਤਵ ਦੋਨੋਂ ਇੱਕ ਹਨ ਜਾਂ ਉਹਨਾਂ ਵਿੱਚ ਫਰਕ ਹੈ? ਸਜਗਤਾ ਤੇ ਸਾਕਸ਼ਿਤਵ ਦੋਨੋਂ ਇੱਕ ਨਹੀਂ ਹਨ, ਪਰ ਇੱਕ ਹੀ ਵਸਤੂ ਦੇ ਦੋ ਸਿਰੇ ਜ਼ਰੂਰ ਹਨ। ਉਹ ਚੇਤਨਾ ਦੇ ਦੋ ਅਨੁਭਵ ਹਨ। ਚੇਤਨਾ ਨੂੰ ਇੱਕ ਅਜਿਹਾ ਤੀਰ ਸਮਝੋ ਜਿਸ 'ਚ ਦੋਹੀਂ ਪਾਸੇ ਫਲ ਹਨ। ਇਸ ਤੀਰ ਦਾ ਇੱਕ ਫਲ ਉਸ ਪਾਸੇ ਹੈ ਜਿਹਦੇ ਪ੍ਰਤੀ ਕਿ ਚੇਤਨਾ ਚੇਤਨ ਹੈ, ਤੇ ਦੂਜਾ ਫਲ ਉਸ ਪਾਸੇ ਜਿੱਥੋਂ ਕਿ ਚੇਤਨਾ ਚੇਤਨ ਹੈ। ਸਜਗਤਾ ਵਿੱਚ ਪਹਿਲੀ ਗੱਲ ਦੇ ਵੱਲ ਇਸ਼ਾਰਾ ਹੈ, ਸਾਕਸ਼ਿਤਵ ਵਿੱਚ ਦੂਜੀ ਗੱਲ ਵੱਲ ਹੈ।
ਧਿਆਨ ਇਹਨਾਂ ਦੋਹਾਂ ਵਿੱਚੋਂ ਕਿਸੇ ਵੀ ਸਿਰੇ ਤੋਂ ਸ਼ੁਰੂ ਕੀਤਾ ਜਾ ਸਕਦਾ ਹੈ, ਕਿਉਂਕਿ ਇੱਕ ਸਿਰਾ ਲਾਜ਼ਮੀ ਤੌਰ 'ਤੇ ਦੂਜੇ ਸਿਰੇ ਨੂੰ ਵੀ ਆਪਣੇ ਨਾਲ ਹੀ ਲਪੇਟ 'ਚ ਲਿਆਉਂਦਾ ਹੈ। ਸਜਗ ਹੋਵੇ ਤਾਂ ਸਾਕਸ਼ੀ ਆ ਜਾਏਗਾ, ਸਾਕਸ਼ੀ ਹੋਵੇ ਤਾਂ ਸਜਗਤਾ ਆ ਜਾਏਗੀ। ਜਿੱਥੇ ਚੇਤਨ ਹੈ ਉੱਥੇ ਦੋਨੋਂ ਹੈ, ਜਿੱਥੇ ਅਚੇਤਨ ਹੈ ਉੱਥੇ ਦੋਨੋਂ ਨਹੀਂ ਹੈ। ਜਿੱਥੇ ਇੱਕ ਹੈ ਉੱਥੇ ਅਰਧ ਚੇਤਨਤਾ ਅਰਧ ਮੂਰਛਾ ਹੈ। ਆਮ ਤੌਰ 'ਤੇ ਮਨੁੱਖ ਅਰਧ ਚੇਤਨ ਅਰਧ ਮੂਰਛਤਾ ਦੀ ਹਾਲਤ ਵਿੱਚ ਹੈ। ਉਹ ਅਰਧ ਸਜਗ ਅਰਧ ਸਾਕਸ਼ੀ ਹੈ। ਉਹਦਾ ਹੋਣ ਦਾ ਬੋਧ ਅਤ ਧੁੰਦਲਾ ਹੈ, ਜਿਵੇਂ ਧੁੰਦ ਘਿਰੀ ਹੋਵੇ ਚਾਰੇ ਪਾਸੇ। ਅਜਿਹਾ ਹੀ ਕੁਝ ਦਿਖਾਈ ਵੀ ਪੈਂਦਾ ਹੈ, ਨਹੀਂ ਵੀ ਦਿਖਾਈ ਪੈਂਦਾ। ਜੋ ਦੇਖਦਾ ਹੈ ਉਹਦੀ ਵੀ ਝਲਕ ਕਦੇ ਮਿਲਦੀ ਹੈ, ਕਦੇ ਨਹੀਂ ਮਿਲਦੀ। ਧਿਆਨ ਇਸ ਅੱਧ ਵਿਚਾਲੇ ਵਾਲੀ ਹਾਲਤ ਨੂੰ ਤੋੜਨ ਦਾ ਯਤਨ ਹੈ। ਨੀਂਦ ਵਿੱਚ, ਗੂੜੀ ਨੀਂਦ ਵਿੱਚ, ਸੁਪਨ ਰਹਿਤ ਨੀਂਦ ਵਿੱਚ ਸਜਗਤਾ ਅਤੇ ਸਾਕਸ਼ੀ ਦੋਨੋਂ ਸੌਂ ਜਾਂਦੇ ਆ। ਧਿਆਨ ਦੀ ਪੂਰਨਤਾ ਵਿੱਚ ਦੋਨੋਂ ਖੋ ਜਾਂਦੇ ਆ। ਇਸ ਲਈ ਸਮਾਧੀ ਅਤੇ ਗੂੜੀ ਨੀਂਦ ਇੱਕ ਦੂਜੇ ਦੇ ਉਲਟ ਹੋ ਕੇ ਇੱਕ ਅਰਥ ਵਿੱਚ ਇਕਸਾਰ ਹਨ। ਗੂੜੀ ਨੀਂਦ 'ਚ ਨਾ ਸਜਗਤਾ ਹੈ ਨਾ ਸਾਕਸ਼ੀ ਹੈ, ਕਿਉਂਕਿ ਦੋਵੇਂ ਸੌਂ ਗਏ ਹੈ। ਸਮਾਧੀ ਵਿੱਚ ਵੀ ਦੋਨੋਂ ਨਹੀਂ ਹੈ, ਕਿਉਂਕਿ ਦੋਵੇਂ ਖੋ ਗਏ ਹੈ। ਗੂੜੀ ਨੀਂਦ 'ਚ ਮੂਰਛਾ ਪੂਰੀ ਹੈ, ਇਸ ਲਈ ਦਵੈਤ ਨਹੀਂ ਹੈ। ਸਮਾਧੀ 'ਚ ਸੁਧੀ ਪੂਰੀ ਹੈ, ਇਸ ਲਈ ਦਵੈਤ ਨਹੀਂ ਹੈ। ਪੂਰਨ ਸਦਾ ਦਵੈਤ ਹੈ, ਲੇਕਿਨ ਗੂੜੀ ਨੀਂਦ ਦੇ ਗਰਭ 'ਚ ਦਵੈਤ ਹੈ, ਜਦਕਿ ਸਮਾਧੀ 'ਚ ਦਵੈਤ ਦੀ ਮੌਤ ਹੋ ਗਈ ਹੈ। ਧਿਆਨ ਹੈ ਪ੍ਰਕਿਰਿਆ, ਮੂਰਛਾ ਤੋਂ ਸੁੱਧ ਦੇ ਵੱਲ, ਇਸ ਲਈ ਮੁੱਢਲੇ ਆਰੰਭ ਧਰੁਵਦੇ ਹਨ, ਸਜਗਤਾ ਤੇ ਸਾਕਸ਼ਿਤਵ। ਬਾਹਰਮੁਖੀ ਸ਼ਖਸੀਅਤ ਦੇ ਲਈ ਸਜਗਤਾ ਤੋਂ ਆਰੰਭ ਕਰਨਾ ਸੌਖਾ ਹੈ, ਕਿਉਂਕਿ ਸਜਗਤਾ ਬਾਹਰ ਤੋਂ ਸ਼ੁਰੂ ਹੁੰਦੀ ਹੈ। ਅੰਤਰਮੁਖੀ ਸ਼ਖਸੀਅਤ ਦੇ ਲਈ ਸਾਕਸ਼ਿਤਵ ਤੋਂ ਆਰੰਭ ਸੌਖਾ ਹੈ, ਕਿਉਂਕਿ ਸਾਕਸ਼ਿਤਵ ਅੰਦਰਲੇ ਧਰੁਵ ਤੋਂ ਸ਼ੁਰੂ ਹੁੰਦਾ ਹੈ। ਧਿਆਨ ਦੇ ਇਹ ਪ੍ਰਸਥਾਨ ਬਿੰਦੂ ਭਿੰਨ ਹਨ, ਪਰ ਉਪਲਬਧੀ ਇੱਕ ਹੀ ਹੈ। ਜਿਵੇਂ ਹੀ ਧਿਆਨ 'ਚ ਇੱਕ ਧਰੁਵ ਸਪਸ਼ਟ ਹੁੰਦਾ ਹੈ, ਉਵੇਂ ਦੂਜਾ ਧਰੁਵ ਵੀ ਲਾਜ਼ਮੀ ਤੌਰ 'ਤੇ ਪ੍ਰਗਟ ਹੋ ਜਾਂਦਾ ਹੈ। ਅਤੇ ਜਿਵੇਂ ਦੋਵੇਂ ਧਰੁਵ ਪੂਰੀ ਤਰ੍ਹਾਂ ਨਾਲ ਪ੍ਰਗਟ ਹੁੰਦੇ ਹਨ, ਉਵੇਂ ਦੋਹਾਂ ਦਾ ਉਲਾਂਘਣਾ ਹੁੰਦਾ ਹੈ। ਉਹ ਉਲਾਂਘਣਾ ਹੀ ਸਮਾਧੀ ਬਣ ਜਾਂਦਾ ਹੈ। ਫਿਰ ਦੋ ਨਹੀਂ ਹਨ, ਫਿਰ ਤਾਂ ਜੋ ਹੈ ਉਹ ਹੈ। ਸਵਾਲ: ਧਿਆਨ ਪੂਰਵਕ ਕੀਤਾ ਹੋਇਆ ਜਾਪ ਕੀ ਫਲਦਾਈ ਨਹੀਂ ਹੋ ਸਕਦਾ? ਉੱਤਰ: ਜਦ ਧਿਆਨ ਹੀ ਕਰਨਾ ਹੈ ਤਾਂ ਜਾਪ ਬੇਲੋੜ ਹੈ। ਜਾਪ ਵਗੈਰਾ ਧਿਆਨ ਤੋਂ ਬਚਣ ਦੀਆਂ ਵਿਧੀਆਂ, ਉਹ ਵਿਚਾਰ ਨੂੰ ਹੀ ਪਿਛਲੇ ਦਰਵਾਜ਼ੇ ਰਾਹੀਂ ਲਿਆਉਣ ਦੇ ਉਪਾਅ ਹਨ। ਧਿਆਨ ਹੈ ਜਾਗ, ਚੇਤਨਤਾ, ਗਵਾਹ ਭਾਵ ਤੇ ਜਪ ਆਦਿ ਹਨ ਜ਼ਿਆਦਾ ਤੋਂ ਜ਼ਿਆਦਾ ਆਤਮ ਸੰਮੋਹਨ, ਖੁਦ ਨੂੰ ਸੁਆਉਣ ਦੇ ਉਪਾਅ। ਨੀਂਦ ਨਾ ਆਉਂਦੀ ਹੋਵੇ ਤਾਂ ਉਪਯੋਗੀ ਹਨ, ਸ਼ਾਂਤੀਦਾਈ ਵੀ ਹਨ, ਉਵੇਂ ਹੀ ਜਿਵੇਂ ਨੀਂਦ ਹੈ। ਸ਼ਬਦ ਦਾ ਦੁਹਰਾਇਆ ਜਾਣਾ ਆਤਮ ਸੰਮੋਹਨ ਬਣ ਜਾਂਦਾ ਹੈ। ਕਿਸੇ ਵੀ ਸ਼ਬਦ ਦਾ, ਫਿਰ ਉਹ ਭਾਵੇਂ ਹੋਵੇ ਓਮ, ਭਾਵੇਂ ਹੋਵੇ ਕੋਕਾ ਕੋਲਾ। ਅਸ਼ਾਂਤ ਮਨ ਖੁਦ ਨੂੰ ਭੁੱਲਣ ਦੇ ਲਈ ਤਾਂ ਹਮੇਸ਼ਾ ਹੀ ਤਿਆਰ ਹੈ। ਇਸੇ ਲਈ ਤਾਂ ਨਸ਼ੀਲੇ ਪਦਾਰਥਾਂ ਦਾ ਇੰਨਾ ਆਕਰਸ਼ਣ ਹੈ। ਜਪ ਆਦਿ ਅਣਰਸਾਇਣਿਕ ਨਸ਼ੇ ਹਨ, ਲੇਕਿਨ ਭੁੱਲਣ ਨਾਲ ਕੀ ਹੋਏਗਾ? ਵਿਸਰਨਾ ਮੁਕਤੀ ਤਾਂ ਨਹੀਂ ਹੈ। ਜੋ ਹੈ ਉਹ ਫਿਰ ਪਰਤੇਗਾ। ਬੇਹੋਸ਼ ਕਿੰਨੀ ਦੇਰ ਰਹੋਗੇ? ਨਹੀਂ, ਇਹ ਨਹੀਂ ਸਰਨਾ, ਖੁਦ ਨੂੰ ਬਦਲਣਾ ਹੀ ਪਏਗਾ। ਵਿਸਰਨਾ ਨਹੀਂ, ਰੂਪ ਪਰਤਣਾ ਹੀ ਚਾਹੀਦਾ ਹੈ। ਧਿਆਨ ਰੂਪ ਪਰਤਣ ਹੈ ਤੇ ਜਾਪ ਨਾਲੋਂ, ਇਸੇ ਲਈ ਉਹ ਮੂਲੋਂ ਭਿੰਨ ਹੈ। ਧਿਆਨ ਹੈ ਚੇਤੇ ਪੂਰਵਕ ਹੋਣਾ, ਜੋ ਹੈ ਬਾਹਰ ਜਾਂ ਅੰਦਰ ਉਹਨੂੰ ਜਾਗਦੇ ਹੋਏ ਹੋਣ ਦਾ ਨਾਂ ਧਿਆਨ ਹੈ। ਜਾਪ ਹੈ ਕਿਰਿਆ, ਧਿਆਨ ਹੈ ਅਣਕਿਰਿਆ। ਜਾਪ ਵਿੱਚ ਕੁਝ ਕਰਨਾ ਹੋਏਗਾ, ਇਸ ਲਈ ਉਹ ਮਾਨਸਿਕ ਹੈ। ਮਨ ਦੀ ਕੋਈ ਵੀ ਕਿਰਿਆ ਕਦੇ ਵੀ ਮਨ ਦੇ ਬਾਹਰ ਨਹੀਂ ਲਿਜਾ ਸਕਦੀ। ਧਿਆਨ ਹੈ ਜਾਗਣਾ, ਦੇਖਣਾ, ਗਵਾਹ ਭਾਵ। ਇਹ ਕਿਰਿਆ ਨਹੀਂ ਹੈ, ਇਹ ਸਾਰੀਆਂ ਕਿਰਿਆਵਾਂ ਦਾ ਵਿਸ਼ਰਾਮ ਹੈ। ਇਸ ਲਈ ਧਿਆਨ ਮਨ ਦੇ ਪਾਰ ਹੈ ਤੇ ਜੋ ਉਸੇ ਜਿਹਾ ਹੈ ਉਹਨੂੰ ਜਾਣਨ ਦਾ ਦੁਆਰ ਹੈ। ਸਵਾਲ: ਕੀ ਕਲਪਨਾ ਨਾਲ ਕਲਪਨਾ ਨਹੀਂ ਕੱਟਦੀ? ਉੱਤਰ: ਕਲਪਨਾ ਨਾਲ ਕਲਪਨਾ ਕੱਟਦੀ ਹੈ, ਲੇਕਿਨ ਕਲਪਨਾ ਕਰਨ ਵਾਲਾ ਮਨ ਨਹੀਂ ਕੱਟਦਾ। ਕੱਟਦਾ ਕਲਪਨਾ ਨੂੰ ਨਹੀਂ, ਮਨ ਨੂੰ ਹੀ ਹੈ। ਕਲਪਨਾ ਕਰੋ ਜਾਂ ਕਲਪਨਾ ਨਾ ਕਰੋ, ਮਨ ਦੋਹਾਂ ਹੀ ਹਾਲਤਾਂ 'ਚ ਮਜ਼ਬੂਤ ਹੁੰਦਾ ਹੈ, ਕਿਉਂਕਿ ਦੋਹਾਂ ਵਿੱਚ ਹੀ ਉਹਦੀ ਸ਼ਕਤੀ ਕੰਮ ਆਉਂਦੀ ਹੈ। ਜਾਣਾ ਹੈ ਮਨ ਦੇ ਬਾਹਰ ਤੇ ਉਹਨੂੰ ਮਜ਼ਬੂਤ ਕਰਕੇ ਨਹੀਂ ਹੋ ਸਕਦਾ। ਇਸ ਲਈ ਕੁਝ ਅਜਿਹਾ ਕਰੋ ਜੋ ਮਨ ਨੂੰ ਕਮਜ਼ੋਰ ਕਰੇ, ਨਿਰਵੀਰਜ ਕਰੇ, ਮੁਰਦਾ ਕਰੇ। ਪਰ ਕੁਛ ਵੀ ਕਿਉਂ ਨਾ ਕਰੋ,
ਉਹ ਮਜ਼ਬੂਤ ਹੀ ਹੋਏਗਾ, ਕਿਉਂਕਿ ਸਭ ਕਰਨਾ ਉਸੇ ਦਾ ਕਰਨਾ ਹੈ। ਤਦ ਨਾ ਕਰਨ ਅਣਕਿਰਿਆ ਦੇ ਇਲਾਵਾ ਹੋਰ ਕੋਈ ਰਾਹ ਨਹੀਂ ਹੈ। ਨਾ ਕਰਨਾ ਅਰਥਾਤ ਬਸ ਹੋਣਾ। ਜਦ ਹਾਂ ਮਾਤਰ ਤੇ ਕੁਝ ਵੀ ਨਹੀਂ ਕਰ ਰਹੇ ਹਾਂ ਤਦ ਇਹ ਜਾਗਰਣ ਆਉਂਦਾ ਹੈ, ਜੋ ਕਿ ਧਿਆਨ ਹੈ। ਤੇ ਧਿਆਨ ਮਨ ਤੋਂ ਮੁਕਤੀ ਹੈ। ਧਿਆਨ ਅਰਥਾਤ ਨਾ ਮਨ। ਮਨ ਸੰਸਾਰ 'ਚ ਵਾਹਨ ਹੈ, ਨਾ ਮਨ ਸੱਚ ਵਿੱਚ। ਸੰਸਾਰ ਦਾ ਵਾਹਨ ਸੱਚ ਦੇ ਆਯਾਮ ਵਿੱਚ ਸਾਧਕ ਤਾਂ ਹੈ ਹੀ ਨਹੀਂ, ਰੁਕਾਵਟ ਪਾਉਣ ਵਾਲਾ ਵੀ ਹੈ। ਜ਼ਮੀਨ ਉੱਤੇ ਚਲੋ ਬੈਲ ਗੱਡੀ ਨਾਲ, ਲੇਕਿਨ ਆਕਾਸ਼ 'ਚ ਬੈਲ ਗੱਡੀ ਨਾਲ ਨਾ ਉੱਡੋ ਤਾਂ ਚੰਗਾ ਹੈ। ਇਹ ਤੁਹਾਡੇ ਵੀ ਹਿੱਤ 'ਚ ਹੈ, ਬੈਲਾਂ ਦੇ ਵੀ ਹਿੱਤ 'ਚ ਹੈ। ਲੇਕਿਨ ਬੈਲ ਗੱਡੀ ਨਾਲ ਵਾਕਫ ਹੋਣ ਦੇ ਕਾਰਨ ਖਿਆਲ ਆਉਂਦਾ ਹੈ ਕਿ ਜ਼ਮੀਨ ਉੱਤੇ ਜਿਹੜੀ ਚੱਲਦੀ ਸੀ ਉਹ ਆਕਾਸ਼ 'ਚ ਕਿਉਂ ਨਹੀਂ ਚੱਲੇਗੀ। ਇਸ 'ਚ ਬੈਲ ਗੱਡੀ ਦੀ ਕੋਈ ਭੁੱਲ ਨਹੀਂ ਹੈ। ਭੁੱਲ ਹੈ ਤਾਂ ਆਕਾਸ਼ ਦੀ ਹੈ ਕਿ ਪ੍ਰਿਥਵੀ ਨਹੀਂ ਹੈ। ਲੇਕਿਨ ਇਹ ਤਾਂ ਕਦੇ ਹੋ ਵੀ ਸਕਦਾ ਹੈ ਕਿ ਬੈਲ ਗੱਡੀ ਆਕਾਸ਼ 'ਚ ਵੀ ਉੱਡ ਸਕੇ। ਲੇਕਿਨ ਪ੍ਰਿਥਵੀ ਤੇ ਆਕਾਸ਼ ਜੁਦਾ ਹਨ, ਪਰ ਇੱਕ ਦੂਜੇ ਦੇ ਉਲਟ ਨਹੀਂ। ਮਨ ਦੀ ਸੱਚ ਵਿੱਚ ਕਦੇ ਕੋਈ ਗਤੀ ਨਹੀਂ ਹੋ ਸਕਦੀ, ਕਿਉਂਕਿ ਸੰਸਾਰ ਤੇ ਸੱਚ ਦੇ ਆਯਾਮ ਹੀ ਇੱਕ ਦੂਜੇ ਦੇ ਉਲਟ ਹੈ। ਜਿਵੇਂ ਸੁਪਨੇ ਵਿੱਚ ਜਾਗਣਾ ਸੰਭਵ ਨਹੀਂ ਹੈ, ਕਿਉਂਕਿ ਜਦ ਤੱਕ ਸੁਪਨਾ ਹੈ ਤਦ ਤੱਕ ਜਾਗ ਨਹੀਂ ਹੈ, ਤੇ ਜਦ ਜਾਗ ਆਈ ਤਦ ਸੁਪਨਾ ਨਹੀਂ ਹੈ। ਸੁਪਨੇ ਦੇ ਵਜੂਦ ਦੀ ਬੁਨਿਆਦੀ ਸ਼ਰਤ ਹੀ ਨੀਂਦ ਹੈ। ਅਜਿਹੀ ਹਾਲਤ ਵਿੱਚ ਮਨ ਦੀ ਸੱਚ ਦੀ ਹੈ। ਜਦ ਤੱਕ ਮਨ ਹੈ ਤਦ ਤੱਕ ਸੱਚ ਨਹੀਂ ਹੈ, ਤੇ ਜਦ ਸੱਚ ਹੈ ਤਦ ਮਨ ਖੋਜਣ ਨਾਲ ਵੀ ਨਹੀਂ ਮਿਲਦਾ। ਸੱਚ ਨੂੰ ਆਉਣ ਦੇਣਾ ਹੈ ਤਾਂ ਮਨ ਨੂੰ ਜਾਣ ਦਿਓ। ਉਹਦੀ ਖਾਲੀ ਥਾਂ ਵਿੱਚ ਹੀ ਸੱਚ ਦਾ ਸਿੰਘਾਸਨ ਤਿਆਰ ਹੁੰਦਾ ਹੈ। ਸਵਾਲ: ਮਨ ਵਿੱਚ ਉੱਠਦੇ ਬੁਰੇ ਭਾਵਾਂ ਨੂੰ ਕਿਸ ਤਰ੍ਹਾਂ ਰੋਕਿਆ ਜਾਏ? ਉੱਤਰ: ਜੇ ਰੋਕਣਾ ਹੈ ਤਾਂ ਰੋਕਣਾ ਹੀ ਨਹੀਂ, ਰੋਕਿਆ ਕਿਉਂ ਆਏ। ਉਹਨਾਂ ਲਈ ਵਰਜਣਾ ਹਮੇਸ਼ਾ ਨਿਆਉਂਦਾ ਹੈ। ਦਮਨ ਨਾਲ ਉਹਦੀ ਸ਼ਕਤੀ ਘੱਟ ਨਹੀਂ ਹੁੰਦੀ, ਬਲਕਿ ਵੱਧਦੀ ਹੈ, ਕਿਉਂਕਿ ਦਮਨ ਨਾਲੋਂ ਮਨ ਦੀਆਂ ਹੋਰ ਵੀ ਗਹਿਰਾਈਆਂ 'ਚ ਚਲੇ ਜਾਂਦੇ ਹੈ। ਨਾ ਹੀ ਉਹਨਾਂ ਭਾਵਾਂ ਨੂੰ ਬੁਰਾ ਕਹਿਣਾ ਹੈ, ਕਿਉਂਕਿ ਬੁਰਾ ਕਹਿੰਦਿਆਂ ਹੀ ਉਹਨਾਂ ਨਾਲ ਵੈਰ ਤੇ ਸੰਘਰਸ਼ ਸ਼ੁਰੂ ਹੋ ਜਾਂਦਾ ਹੈ, ਤੇ ਆਪੇ ਦਾ ਸੰਘਰਸ਼ ਸੰਤਾਪ ਦਾ ਜਨਕ ਹੈ। ਅਜਿਹੇ ਸੰਘਰਸ਼ ਨਾਲ ਸ਼ਕਤੀ ਹੀ ਅਕਾਰਨ ਫਜ਼ੂਲ ਖਰਚ ਹੁੰਦੀ ਹੈ ਤੇ ਵਿਅਕਤੀ ਕਮਜ਼ੋਰ ਹੋ ਜਾਂਦਾ ਹੈ। ਜਿੱਤਣ ਦਾ ਨਹੀਂ, ਹਾਰਨ ਦਾ ਹੀ ਇਹ ਰਾਹ ਹੈ। ਫਿਰ ਕੀ ਕਰੋ? ਪਹਿਲੀ ਗੱਲ, ਜਾਣੋ ਕਿ ਨਾ ਕੁਝ ਬੁਰਾ ਹੈ ਨਾ ਭਲਾ ਹੈ, ਬਸ ਭਾਵ ਹਨ। ਉਹਨਾਂ ਉੱਤੇ ਮੁਲਾਂਕਣ ਨਾ ਜੋੜੋ, ਕਿਉਂਕਿ ਤਦੇ ਨਿਰਪੱਖਤਾ ਸੰਭਵ ਹੈ। ਦੂਜੀ ਗੱਲ, ਰੋਕੋ ਨਹੀਂ, ਦੇਖੋ। ਕਰਤਾ ਨਹੀਂ, ਦ੍ਰਿਸ਼ਟਾ ਬਣੋ, ਕਿਉਂਕਿ ਤਦੇ ਸੰਘਰਸ਼ ਤੋਂ ਟਲ ਸਕਦੇ ਹੋ। ਤੀਜੀ ਗੱਲ, ਜੋ ਹੈ ਉਹਨੂੰ ਬਦਲਣਾ ਨਹੀਂ ਹੈ, ਸਵੀਕਾਰ ਕਰਨਾ ਹੈ। ਜੋ ਹੈ ਸਭ ਪਰਮਾਤਮਾ ਦਾ ਹੈ, ਇਸ ਲਈ ਤੁਸੀਂ ਵਿਚਾਲੇ ਨਾ ਆਓ ਤਾਂ ਚੰਗਾ ਹੈ। ਤੁਹਾਡੇ ਵਿਚਾਲੇ ਆਉਣ ਨਾਲ ਹੀ ਅਸ਼ਾਂਤੀ ਹੈ, ਤੇ ਉਸ ਅਸ਼ਾਂਤੀ 'ਚ ਕੋਈ ਵੀ ਰੂਪ ਵਰਤਨ ਸੰਭਵ ਨਹੀਂ ਹੈ। ਸਮਗਰ ਸਵੀਕਾਰਨਾ ਦਾ ਅਰਥ ਹੈ ਕਿ ਤੁਸੀਂ ਵਿਚਾਲਿਓਂ ਹਟ ਗਏ ਹੋ। ਤੁਹਾਡੇ ਹਟਦਿਆਂ ਹੀ ਕ੍ਰਾਂਤੀ ਹੈ, ਕਿਉਂਕਿ ਜਿਨ੍ਹਾਂ ਨੂੰ ਤੁਸੀਂ ਬੁਰੇ ਭਾਵ ਕਹਿ ਰਹੇ ਹੋ ਉਹਨਾਂ ਦੇ ਪ੍ਰਾਣਾਂ ਦਾ ਕੇਂਦਰ ਹੰਕਾਰ ਹੈ। ਹੰਕਾਰ ਗਿਆ ਕਿਉਂ ਗਏ? ਤੁਹਾਡੇ ਹਟਦਿਆਂ ਹੀ ਉਹ ਸਭ ਹਟ ਜਾਂਦਾ ਹੈ, ਜਿਸ ਨੂੰ ਕਿ ਤੁਸੀਂ ਜਨਮਾਂ ਤੋਂ ਹਟਾਉਣਾ ਚਾਹੁੰਦੇ ਸੀ ਤੇ ਨਹੀਂ ਹਟਾ ਪਾਉਂਦੇ ਸੀ, ਕਿਉਂਕਿ ਉਹਨਾਂ ਸਭ ਦੀਆਂ ਜੜ੍ਹਾਂ ਤੁਹਾਡੇ ਵਿੱਚ ਛੁਪੀਆਂ ਹਨ। ਇਹ ਪਰ ਲੱਗਦਾ ਹੈ ਕਿ ਤੁਸੀਂ ਸੋਚ ਵਿੱਚ ਪੈ ਗਏ। ਸੋਚੋ ਨਾ, ਹਟੋ, ਬਸ ਹਟ ਹੀ ਜਾਓ ਤੇ ਦੇਖੋ। ਜਿਵੇਂ ਅੰਨੇ ਨੂੰ ਅਚਾਨਕ ਅੱਖਾਂ ਮਿਲ ਜਾਣ, ਬਸ ਐਵੇਂ ਹੀ ਸਭ ਕੁਝ ਬਦਲ ਜਾਂਦਾ ਹੈ। ਜਿਵੇਂ ਹਨੇਰੇ 'ਚ ਅਚਾਨਕ ਦੀਵਾ ਜਗ ਉੱਠੇ, ਬਸ ਐਵੇਂ ਹੀ ਸਭ ਬਦਲ ਜਾਂਦਾ ਹੈ। ਕਿਰਪਾ ਕਰੋ ਤੇ ਹਟੋ। ਧੰਨਵਾਦ।